ਅਸੀਂ ਤਾਂ ਅਕਾਲੀ ਦਲ ਨੂੰ ਮੁੜ ਸਥਾਪਿਤ ਕਰਨ ਲਈ ਯਤਨ ਕਰ ਰਹੇ ਹਾਂ। ਇਹ ਚੀਜ਼ਾਂ ਤੋਂ ਅਕਾਲੀ ਦਲ ਝਿੜਕ ਗਿਆ, ਸਿਧਾਂਤ ਵੀ ਛੱਡਤੇ, ਵਿਚਾਰਧਾਰਾ ਵੀ ਛੱਡਤੀ। ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਅਕਾਲੀ ਦਲ ਪ੍ਰਤੀ ਰੋਸ ਹੈ, ਉਸ ਕਰਕੇ ਪੰਜਾਬ ਦੇ ਮਸਲੇ ਨੇ ਚਾਹੇ ਪੰਥਕ ਮੁੱਦੇ ਨੇ, ਅਸੀਂ ਉਹ ਤੇ ਪੂਰਾ ਠੋਕ ਕੇ ਪਹਿਰਾ ਦੇਵਾਂਗੇ। ਵੀ ਤਕਰੀਬਨ ਸਾਰੇ ਹੀ ਪੁਰਾਣੇ ਜਿਹੜੇ ਆਗੂ ਨੇ, ਜਿਹੜੇ ਲੰਬੇ ਸਮੇਂ ਤੋਂ ਪਾਰਟੀ ਨਾਲ ਚੱਲ ਰਹੇ ਸੀ। ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਅਲੱਗ ਹੋਏ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅੱਜ ਮਾਨਸਾ ਜ਼ਿਲ੍ਹਾ ਦੇ ਦੌਰੇ ਤੇ ਪਹੁੰਚੇ ਨੇ। ਇਸ ਮੌਕੇ ਉਹਨਾਂ ਨੇ ਵਰਕਰਾਂ ਨਾਲ ਬੈਠਕ ਕੀਤੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਖਿਲਾਫ ਪਾਰਟੀ ਬਣਾ ਕੇ ਅਕਾਲੀ ਦਲ ਬਾਦਲ ਨੂੰ ਖੋਰਾ ਲਗਾਉਣਾ ਸ਼ੁਰੂ ਕਰ ਦਿੱਤਾ। ਇਸ ਮੌਕੇ ਉਹਨਾਂ ਨੇ ਬਾਦਲ ਪਰਿਵਾਰ ਤੇ ਸਿਆਸੀ ਵਾਰ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ, ਜਿਸ ਵਜ੍ਹਾ ਕਰਕੇ ਉਹਨਾਂ ਦੀ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਕਰਕੇ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਉਹਨਾਂ ਨੇ ਨਵੀਂ ਪਾਰਟੀ ਦਾ ਗਠਨ ਕੀਤਾ ਹੈ ਅਤੇ ਹੁਣ ਉਹਨਾਂ ਦੇ ਨਾਲ ਵੱਡੇ ਨੇਤਾ ਅਤੇ ਵਰਕਰ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਨੇ। ਕੋਈ ਅਕਾਲੀ ਦਲ ਨੂੰ ਅੱਡ ਕੀਤਾ, ਅਸੀਂ ਤਾਂ ਅਕਾਲੀ ਦਲ ਨੂੰ ਮੁੜ ਸਥਾਪਿਤ ਕਰਨ ਲਈ ਯਤਨ ਕਰ ਰਹੇ ਹਾਂ। ਅਕਾਲੀ ਦਲ ਕੀ ਹੈ? ਅਕਾਲੀ ਦਲ ਸਿਧਾਂਤ ਹੈ, ਅਕਾਲੀ ਦਲ ਇੱਕ ਵਿਚਾਰਧਾਰਾ ਹੈ ਤੇ ਇੱਕ ਸੋਚ ਹੈ। ਅਸੀਂ ਉਹਨੂੰ ਮਜ਼ਬੂਤ ਕਰਨ ਲਈ ਲੱਗੇ ਹਾਂ, ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੋਂ ਅਕਾਲੀ ਦਲ ਤਿੜਕ ਗਿਆ। ਸਿਧਾਂਤ ਵੀ ਛੱਡਤੇ, ਵਿਚਾਰਧਾਰਾ ਵੀ ਛੱਡਤੀ, ਮੁੱਦੇ ਵੀ ਛੱਡਤੇ, ਪੰਜਾਬ ਦੇ ਪੰਥਕ ਮੁੱਦੇ ਵੀ ਛੱਡਤੇ, ਤੇ ਫਿਰ ਅਕਾਲੀ ਦਲ ਕਾਹਦਾ ਰਹਿ ਗਿਆ? ਉਹ ਤਾਂ ਕੋਈ, ਮੈਂ ਸਮਝਦਾ ਅਕਾਲੀ ਕਹਾਉਣ ਦਾ ਉਹਨਾਂ ਨੂੰ ਹੱਕ ਨਹੀਂ, ਜਦ ਉਹ ਅਕਾਲੀ ਦਲ ਦੀ ਕਿਸੇ ਜਿਹੜੀ ਸੋਚ 'ਤੇ ਹੀ ਨਹੀਂ ਚੱਲਦੇ। ਸੋ ਅਸੀਂ ਇੱਕ ਮੁਹਿੰਮ ਤੋਰੀ ਹੈ ਅਕਾਲੀ ਦਲ ਨੂੰ ਬਚਾਉਣ ਦੀ, ਕਿਉਂਕਿ ਅੱਜ ਅਕਾਲੀ ਦਲ ਦਾ ਭਵਿੱਖ ਖਤਰੇ ਦੇ ਵਿੱਚ ਹੈ। ਜਿਸ ਤਰੀਕੇ ਦੇ ਨਾਲ ਉਹ ਚੱਲ ਰਹੇ ਨੇ, ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਅਕਾਲੀ ਦਲ ਪ੍ਰਤੀ ਰੋਸ ਹੈ, ਉਸ ਕਰਕੇ ਅੱਜ ਸਮੇਂ ਦੀ ਲੋੜ ਮੁਤਾਬਕ ਢੀਂਡਸਾ ਸਾਹਿਬ ਨੇ ਫੈਸਲਾ ਕੀਤਾ ਕਿ ਅਸੀਂ ਆਪਣੇ ਸਾਰੇ ਸਾਥੀਆਂ ਨੂੰ ਲੈ ਕੇ ਅਕਾਲੀ ਦਲ ਨੂੰ ਬਚਾਵਾਂਗੇ, ਅਕਾਲੀ ਦਲ ਦੀ ਸੋਚ ਨੂੰ ਜਿਹੜਾ ਬਚਾਵਾਂਗੇ, ਉਹ 'ਤੇ ਚੱਲਾਂਗੇ। ਚਾਹੇ ਪੰਜਾਬ ਦੇ ਮਸਲੇ ਨੇ, ਚਾਹੇ ਪੰਥਕ ਮੁੱਦੇ ਨੇ, ਅਸੀਂ ਉਹ 'ਤੇ ਪੂਰਾ ਠੋਕ ਕੇ ਪਹਿਰਾ ਦੇਵਾਂਗੇ। ਕਦੇ ਵੀ ਉਹਨਾਂ ਦੇ ਬਰਖਲਾਫ ਕੋਈ ਸਮਝੌਤਾ ਨਾ ਅਸੀਂ ਕਰਾਂਗੇ ਤੇ ਨਾ ਹੀ ਅਸੀਂ ਸਹਿਣ ਕਰਾਂਗੇ। ਪੰਜਾਬ ਦੇ ਮੁੱਦਿਆਂ ਲਈ ਲੜਾਈ ਲੜਾਂਗੇ। ਪਾਰਟੀ ਅਲੱਗ ਰੱਖੋਗੇ ਜਾਂ ਕਿਸੇ ਨਾਲ ਸਮਝੌਤਾ ਕਰੋਗੇ? ਦੇਖੋ, ਪਹਿਲੀ ਗੱਲ ਤਾਂ ਅਸੀਂ ਹਜੇ ਪਾਰਟੀ ਨੂੰ ਮਜ਼ਬੂਤ ਕਰਾਂਗੇ, ਫਿਰ ਸਮਾਂ ਆਉਣ 'ਤੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਜੋ ਵੀ ਪੰਜਾਬ ਦੇ ਭਲੇ ਲਈ ਫੈਸਲਾ ਲੈਣਾ ਪਿਆ ਅਸੀਂ ਲਵਾਂਗੇ। ਪਰ ਉਹ ਸਮੇਂ ਦੇ ਨਾਲ ਬਾਕੀ ਸਾਰੇ ਜਦ ਸਾਡੇ ਆਗੂਆਂ ਨਾਲ ਵਿਚਾਰ ਚਰਚਾ ਕਰਕੇ ਆਉਣ ਤੋਂ ਹਜੇ, ਕਿਉਂਕਿ 1.5 ਸਾਲ ਦਾ ਸਮਾਂ ਪਿਆ ਚੋਣਾਂ ਦੇ ਵਿੱਚ, ਚੋਣਾਂ ਤੋਂ ਕੁਝ ਸਮਾਂ ਪਹਿਲਾਂ ਸਾਰੇ ਚੀਜ਼ਾਂ ਵਿਚਾਰੀਆਂ ਜਾਣਗੀਆਂ। ਉਸ ਤੋਂ ਪਹਿਲਾਂ ਅਸੀਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਾਂਗੇ। ਅੱਜ ਜ਼ਿਲ੍ਹੇ ਮਾਨਸਾ ਦੇ ਵਿੱਚ ਆਏ ਹੋ ਜੀ, ਕਿਹੜੇ ਤੁਹਾਡੇ ਕਿੰਨੇ ਕੁ ਲੀਡਰ ਜਿਹੜੇ ਤੁਹਾਡੀ ਪਾਰਟੀ ਦਾ ਜਿਹੜਾ ਪੱਲਾ ਫੜਿਆ ਹੈਗਾ? ਦੇਖੋ, ਬਹੁਤ ਇਹ ਗੱਲ ਗਿਣਤੀ ਦੀ ਨਹੀਂ ਹੈ। ਗੱਲ ਇਹ ਹੈ ਵੀ ਤਕਰੀਬਨ ਸਾਰੇ ਹੀ ਪੁਰਾਣੇ ਜਿਹੜੇ ਆਗੂ ਨੇ, ਜਿਹੜੇ ਲੰਬੇ ਸਮੇਂ ਤੋਂ ਪਾਰਟੀ ਨਾਲ ਚੱਲ ਰਹੇ ਸੀ, ਉਹਨਾਂ 'ਚੋਂ ਮੈਜੋਰਿਟੀ ਸਾਡੇ ਨਾਲ, ਉਹ ਜਾਂ ਉਹਨਾਂ ਦੇ ਪਰਿਵਾਰ ਖੁਦ ਉਹਨਾਂ ਨੇ ਚੱਲਣ ਦਾ ਭਰੋਸਾ ਦਿੱਤਾ ਤੇ ਫੈਸਲਾ ਕੀਤਾ। ਸਾਨੂੰ ਬਹੁਤ ਵੱਡਾ ਬਲ ਮਿਲਿਆ। ਮੈਂ ਤਾਂ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦਾ। ਤੇ ਇੱਕੋ ਹੀ ਗੱਲ ਦਾ ਅਸੀਂ ਦੁਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਅਕਾਲੀ ਦਲ ਦੇ ਸਿਧਾਂਤਾਂ 'ਤੇ ਠੋਕ ਕੇ ਪਹਿਰਾ ਦੇਵਾਂਗੇ, ਪੰਜਾਬ ਦੇ ਲਈ ਲੜਾਈ ਲੜਾਂਗੇ ਤੇ ਕਦੇ ਵੀ ਪੰਜਾਬ ਨੂੰ ਤੇ ਪੰਥ ਨੂੰ ਪਿੱਠ ਨਹੀਂ ਦਿਖਾਵਾਂਗੇ। ਗੱਲ ਇਹ ਹੈ, ਪਾਰਟੀ ਤਾਂ ਉਹਨਾਂ ਦਾ, ਉਹ ਕੀ ਲੱਗਦੇ ਨੇ ਪਾਰਟੀ ਦੇ? ਪਾਰਟੀ ਸਾਡੇ ਬਜ਼ੁਰਗਾਂ ਨੇ ਬਣਾਈ ਹੈ, ਇਹ ਕੁਰਬਾਨੀ ਨਾਲ ਬਣਾਈ ਹੈ। ਉਹ ਤਾਂ ਆਪਦੇ ਹੱਥ 'ਚ ਮੋਹਰ ਚੱਕੀ ਫਿਰਦੇ ਨੇ। ਅੱਜ ਕਿਸੇ ਨੂੰ ਮੋਹਰ ਲਾ ਦਿੰਦੇ ਨੇ ਜੀ ਇਹ ਤਾਂ ਕਾਂਗਰਸ ਦੀ ਬੀ ਟੀਮ ਹੈ, ਕੱਲ੍ਹ ਨੂੰ ਕਹਿੰਦੇ ਜੀ ਅਕਾਲੀ ਹੋ ਗਿਆ। ਕੀ ਉਹਨਾਂ ਦੀ ਮੋਹਰ 'ਤੇ ਹੀ ਸਾਰਾ ਕਰਦਾ? ਕੁਝ ਦਿਨ ਪਹਿਲਾਂ ਤਾਂ ਕਹਿੰਦੇ ਸੀਗੇ ਜੀ ਅਜਨਾਲਾ ਪਰਿਵਾਰ ਕਾਂਗਰਸ ਦੀ ਬੀ ਟੀਮ ਹੈ, ਹੁਣ ਕਹਿੰਦੇ ਜੀ ਅਜਨਾਲਾ ਪਰਿਵਾਰ ਪੱਕੇ ਅਕਾਲੀ ਹੈ। ਇਹਨਾਂ ਨੂੰ ਇਹੀ ਪੁੱਛ ਲਓ ਵੀ ਇਹਨਾਂ ਦਾ ਆਪਦਾ ਹੀ ਕੋਈ ਸਪਸ਼ਟ ਸਟੈਂਡ ਨਹੀਂ। ਸੋ ਉਹਨਾਂ ਦੇ ਕਹਿਣ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਜਿਹੜੀ ਅਕਾਲੀ ਦਲ ਨੂੰ ਬਚਾਉਣ ਦਾ ਜੋ ਮਕਸਦ ਹੈ ਉਹਦੇ ਚੱਲੇ ਆ। ਨਾਲੇ ਸਾਡਾ ਨਿਜਵਾਦ ਤਾਂ ਹੋਵੇ, ਢੀਂਡਸਾ ਸਾਹਿਬ ਪਾਰਟੀ ਦੇ ਵਿੱਚ 2 ਨੰਬਰ 'ਤੇ ਸੀਗੇ, ਮੈਂ ਵਿਧਾਨ ਸਭਾ ਵਿੱਚ ਪਾਰਟੀ ਦਾ ਨੇਤਾ ਸੀ,
ਤੇ ਫਿਰ ਸਾਨੂੰ ਤਾਂ ਛੱਡਣ ਦੀ ਲੋੜ ਹੀ ਨਹੀਂ ਸੀ। ਜੇ ਤਾਂ ਸਾਨੂੰ ਕੁਝ ਨਾ ਮਿਲਿਆ ਹੋਵੇ ਤਾਂ ਅਸੀਂ ਕਹੀਏ ਵੀ ਅਸੀਂ ਤਾਂ ਅਹੁਦੇ ਕਰਕੇ ਛੱਡਤਾ। ਸੋ ਅਸੀਂ ਸਿਰਫ ਇੱਕ ਸੋਚ ਨੂੰ ਲੈ ਕੇ ਚੱਲੇ ਹਾਂ ਤੇ ਉਹਦੇ ਤੇ ਕੰਮ ਕਰਨ ਦਾ ਜੋ ਮਰਜ਼ੀ ਕਹੀਆਂ ਉਹਨਾਂ ਨੇ ਤਾਂ ਕਹਿਣਾ ਹੀ ਆ। ਹੁਣ ਜੋ ਮਰਜ਼ੀ ਕਹੀਆਂ। ਢੀਂਡਸਾ ਸਾਹਿਬ, ਬਾਕੀ ਪਾਰਟੀਆਂ ਵੀ ਇਹ ਕਹਿ ਰਹੀਆਂ ਨੇ ਵੀ ਢੀਂਡਸਾ ਸਾਹਿਬ ਖੁਦ ਜਿਹੜੇ ਵਜ਼ੀਰ ਰਹੇ ਨੇਗੇ ਅਕਾਲੀ ਦਲ ਦੀ ਸਰਕਾਰ ਵੇਲੇ ਬੇਅਦਬੀ ਹੋਈ ਉਦੋਂ ਬੋਲੇ ਨੇ, ਉਹਦੇ ਕੁਝ ਪਰੇ ਕੌਣ ਕਹਿੰਦਾ ਨਹੀਂ ਬੋਲੇ? ਬਾਕੀ ਪਾਰਟੀਆਂ ਜਿਹੜੇ ਦੇਖੋ ਮੈਂ ਤੁਹਾਨੂੰ ਗੱਲ ਦੱਸਦਾ, ਇਹ ਤਾਂ ਪਾਰਟੀ ਦੇ ਵਿੱਚ ਵਾਲੇ ਜਿਹੜੇ ਸੀਗੇ ਉਹ ਦੱਸ ਸਕਦੇ ਆ ਨਾ ਵੀ ਪਾਰਟੀ ਜਦ ਬੇਅਦਬੀ ਹੋਈ ਬੋਲੇ ਕਿ ਨਹੀਂ ਬੋਲੇ। ਅਸੀਂ ਪਹਿਲੇ ਦਿਨ ਤੋਂ ਹੀ ਢੀਂਡਸਾ ਸਾਹਿਬ ਦਾ ਬੜਾ ਸਪਸ਼ਟ ਸਟੈਂਡ ਸੀ ਵੀ ਦੋਸ਼ੀਆਂ ਨੂੰ ਫੜ ਕੇ ਸਜ਼ਾ ਮਿਲਣੀ ਚਾਹੀਦੀ ਹੈ। ਅਕਾਲੀ ਦਲ ਦੀ ਸਰਕਾਰ ਹੈ, ਇਸ ਲਈ ਸਾਨੂੰ ਇਸ ਗੱਲ ਦੀ ਖਿਮਾ ਯਾਚਨਾ ਕਰਨੀ ਚਾਹੀਦੀ ਹੈ ਵੀ ਸਾਡੀ ਸਰਕਾਰ ਦੇ ਸਮੇਂ ਇਹ ਘਟਨਾ ਹੋਈ। ਪਹਿਲੇ ਦਿਨ ਤੋਂ ਹੀ ਇਹ ਬੜਾ ਸਾਫ਼ ਤੇ ਸਪਸ਼ਟ ਸਾਡਾ ਸਟੈਂਡ ਸੀ। ਕੋਈ ਕਹਦੇ ਵੀ ਅਸੀਂ ਇਹ ਸਟੈਂਡ ਨਹੀਂ ਰੱਖਿਆ ਤਾਂ ਅਸੀਂ ਦੇਣਦਾਰ ਹਾਂ। ਸੋ ਹੁਣ ਕਹਿਣ ਨੂੰ ਜੋ ਮਰਜ਼ੀ ਕਹਿਣ, ਜੇ ਕੋਈ ਮੰਤਰੀ ਬਣਨਾ ਕੋਈ ਗੁਨਾਹ ਤਾਂ ਨਹੀਂ ਹੈ। ਜੇ ਤਾਂ ਅਸੀਂ ਮੰਤਰੀ ਬਣ ਕੇ ਕੋਈ ਗਲਤ ਕੰਮ ਕੀਤਾ ਹੈ ਫਿਰ ਸਾਨੂੰ ਗੁਨਾਹਗਾਰ ਤੁਸੀਂ ਬਣਾਓ ਵੀ ਆਹ ਤੁਸੀਂ ਗਲਤ ਕੰਮ ਕੀਤਾ ਸੀ। ਤਾਂ ਸਾਡੀ ਜਿਹੜੀ ਜ਼ਿੰਮੇਵਾਰੀ ਸੀ ਜੇ ਅਸੀਂ ਨਹੀਂ ਨਿਭਾਈ ਤਾਂ ਤੁਸੀਂ ਸਾਨੂੰ ਗੁਨਾਹਗਾਰ ਕਹਿ ਸਕਦੇ ਹੋ। ਕੋਈ ਮੰਤਰੀ ਰਹਿਣਾ ਜਾਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਅਕਾਲੀ ਆ, ਹੁਣ ਵੀ ਅਕਾਲੀ ਆ। ਅਸੀਂ ਉਹੀ ਸੋਚ ਨੂੰ ਲੈ ਕੇ ਚੱਲੇ ਹਾਂ, ਅਕਾਲੀ ਦਲ ਦੀ ਸਰਕਾਰ 'ਚ ਰਹੇ ਹਾਂ। ਇਸ 'ਚ ਕੋਈ ਜਿਹੜਾ ਹੈ ਉਹ ਜਿਨ੍ਹਾਂ ਕੋਲ ਕੋਈ ਕਹਿਣ ਨੂੰ ਨਹੀਂ ਹੈ ਨਾ, ਉਹ ਹੁਣ ਇਹੀਆਂ ਜਿਹੀਆਂ ਗੱਲਾਂ ਕਰਕੇ ਉਹ ਮੁੱਦਿਆਂ ਤੋਂ ਗੱਲ ਨੂੰ ਭੜਕਾਉਣਾ ਚਾਹੁੰਦੇ। ਢੀਂਡਸਾ ਸਾਹਿਬ, ਮੰਨਦੇ ਹੋ ਤੁਸੀਂ ਵੀ ਸਰਕਾਰ ਦੀ ਗਲਤੀ ਹੋਈ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਬੇਅਦਬੀ ਮਾਮਲੇ ਨੂੰ ਸਾਹਮਣੇ ਨਹੀਂ ਜਿਹੜੇ ਦੋਸ਼ੀ? ਦੇਖੋ ਕਈ ਗੱਲਾਂ ਤਾਂ ਹਜੇ ਸਮੇਂ ਦੇ ਵਿੱਚ ਸਾਹਮਣੇ ਆਉਣਗੀਆਂ, ਪਰ ਇੱਕ ਗੱਲ ਤਾਂ ਸਪਸ਼ਟ ਹੈ ਵੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਦੇ ਵਿੱਚ ਇਹ ਘਟਨਾ ਹੋਈ। ਫਿਰ ਦੋਸ਼ੀ ਨਹੀਂ ਫੜੇ ਗਏ, ਇਹ ਵੀ ਸੱਚਾਈ ਹੈ। ਸੋ ਇਹ ਦੋ ਚੀਜ਼ਾਂ ਨੂੰ ਅਸੀਂ ਨਹੀਂ ਝੁਟਲਾ ਸਕਦੇ। ਅਸੀਂ ਇਹ ਵੀ ਗੱਲਾਂ ਉਦੋਂ ਕੋਈ ਇਕੱਲੇ ਅਸੀਂ ਨਹੀਂ, ਹੋਰ ਵੀ ਬਹੁਤ ਪਾਰਟੀ ਦੇ ਵਿੱਚ ਆਗੂ ਸੀ ਜਿਹੜੇ ਇਸ ਗੱਲ ਤੇ ਉਦੋਂ ਵੀ ਜ਼ੋਰ ਦਿੰਦੇ ਰਹੇ ਵੀ ਇੱਕ ਤਾਂ ਆਪਾਂ ਨੂੰ ਸਰਕਾਰ ਦੇ ਹੋਂਦ ਕਰਕੇ ਇਹ ਅਹਿਸਾਸ ਸਾਨੂੰ ਦੁੱਖ ਦਾ ਜਾਂ ਪਛਤਾਤਾਪ ਦਾ ਅਹਿਸਾਸ ਕਰਨਾ ਚਾਹੀਦਾ ਵੀ ਸਾਡੀ ਸਰਕਾਰ 'ਚ ਹੋਇਆ। ਤੇ ਦੂਜੀ ਗੱਲ ਵੀ ਦੋਸ਼ੀਆਂ ਨੂੰ ਫੜਨ ਤੇ ਸਾਨੂੰ ਜਿਹੜਾ ਹੈ ਜਲਦੀ ਤੋਂ ਜਲਦੀ ਉਹਨਾਂ ਦੋਸ਼ੀਆਂ ਨੂੰ ਫੜ ਕੇ ਸਜ਼ਾ ਮਿਲਣੀ ਚਾਹੀਦੀ ਹੈ। ਸੋ ਅੱਜ ਵੀ ਲੋਕਾਂ ਲਈ ਇਹੀ ਮੁੱਦਾ ਹੈਗਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜਿਹੜਾ ਉਹ ਆਪਦੀਆਂ ਪੰਥਕ ਲੀਹਾਂ ਤੋਂ ਭੜਕ ਚੁੱਕਿਆ। ਸ਼੍ਰੋਮਣੀ ਅਕਾਲੀ ਦਲ ਬਾਦਲ ਕਿਸਾਨਾਂ ਦੇ ਮੁੱਦੇ ਨੇ ਜਿਹੜੇ ਉਹ ਵੀ ਛੱਡ ਚੁੱਕਿਆ ਹੈਗਾ। ਆਰਡੀਨੈਂਸ ਜੋ ਕੇਂਦਰ ਸਰਕਾਰ ਨੇ ਹੁਣੇ ਜਾਰੀ ਕੀਤੇ ਨੇਗੇ ਤਿੰਨੇ ਇਹ ਕਿਸਾਨ ਵਿਰੋਧੀ ਆਰਡੀਨੈਂਸ ਨੇ, ਉਹਨਾਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦਾ ਜੋ ਕਿਸਾਨ ਵਿਰੋਧੀ ਰਵੱਈਆ ਹੈ ਉਹ ਸਪਸ਼ਟ ਨਜ਼ਰ ਆਇਆ। ਇਸ ਤੋਂ ਪਹਿਲਾਂ ਚਾਹੇ ਉਹ 370 ਧਾਰਾ ਤੋੜਨੀ ਸੀ ਕਸ਼ਮੀਰ ਦੇ ਵਿੱਚੋਂ, ਉਸ ਦੇ ਵਿੱਚ ਵੀ ਇਹ ਸ਼੍ਰੋਮਣੀ ਅਕਾਲੀ ਦਲ ਆ ਜਿਹੜਾ ਉਹ ਰਾਜਾਂ ਨੂੰ ਵੱਧ ਅਧਿਕਾਰ ਵਾਲੇ ਮਸਲੇ 'ਤੇ ਥਿੜਕਿਆ। ਔਰ ਘੱਟ ਗਿਣਤੀਆਂ ਵਾਲੇ ਮਸਲੇ 'ਤੇ ਵੀ ਜਦੋਂ ਪਾਰਲੀਮੈਂਟ 'ਚ ਸਵਾਲ ਆਇਆ ਤਾਂ ਉੱਥੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਫੈਸਲਾ ਸੀਗਾ ਉਹ ਗਲਤ ਲੈਤਾ। ਘੱਟ ਗਿਣਤੀਆਂ ਪ੍ਰਤੀ ਜੋ ਕੇਂਦਰ ਸਰਕਾਰ ਦਾ ਨਜ਼ਰੀਆ ਉਹ ਮਤਲਬ ਉਸ ਦੇ ਉਲਟ ਜਾ ਕੇ ਇਹ ਉਹਨਾਂ ਦੇ ਪੱਖ 'ਚ ਜਿਹੜਾ ਫੈਸਲਾ ਲੈਤਾ। ਔਰ ਵੱਡੀ ਗੱਲ ਜੋ ਵਾਪਰੀ ਉਹ ਬੇਅਦਬੀ ਨਹੀਂ ਵਾਪਰੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜੋ ਉਹ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਭਾਗ ਦੌਰਾਨ ਹੋ ਰਹੀ ਔਰ ਜਿਹਨੇ ਸਮੁੱਚੇ ਸੰਸਾਰ ਦੇ ਇਹ ਸਿੱਖ ਜਗਤ ਨੂੰ ਬੜਾ ਬਲੂੰਦਰ ਕੇ ਰੱਖ ਦਿੱਤਾ ਸੀ। ਉਸ ਸਮੇਂ ਦੌਰਾਨ ਦੋਸ਼ੀ ਭਾਵੇਂ ਮਤਲਬ ਸਰਕਾਰ ਨੇ ਜਾਂ ਅਕਾਲੀ ਦਲ ਬਾਦਲ ਨੇ ਕੋਈ ਆਪ ਨਹੀਂ ਇਹ ਮਤਲਬ ਬੇਅਦਬੀ ਕਰਾਈ ਸੀ, ਪਰ ਜੋ ਰਾਜ ਭਾਗ ਸੀਗਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਸੀਗਾ, ਜਿਹਦੇ ਵਿੱਚ ਬਤੌਰ ਰਾਜ ਭਾਗ ਹੁੰਦਿਆਂ ਹੋਇਆਂ ਉਹ ਫਰਜ਼ ਬਣਦਾ ਸੀਗਾ ਕਿ ਦੋਸ਼ੀਆਂ ਨੂੰ ਛੇਤੀ ਫੜਿਆ ਜਾਂਦਾ, ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ, ਜਦੋਂ ਕਿ ਇਹ ਕੁਝ ਨਹੀਂ ਹੋਇਆ। ਉਸ ਤੋਂ ਬਾਅਦ ਜੋ ਹੁਣ ਵੀ ਹੋ ਰਿਹਾ ਹੈਗਾ 267 ਸਰੂਪਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁੰਮ ਹੋ ਜਾਣਾ, ਇਹ ਵੀ ਸਿੱਖ ਹਿਰਦਿਆਂ ਨੂੰ ਇਹਨਾਂ ਨੇ ਇਸ ਗੱਲ ਨਹੀਂ ਬਲੂੰਦਰਿਆ ਹੈਗਾ। ਸੋ ਇਹ ਕੁਝ ਘਟਨਾਵਾਂ ਸਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਜੋ ਪਿਛਲੇ ਸਮੇਂ 'ਚ ਘਪੜਿਆਂ ਦੀਆਂ ਜੋ ਜਾਂ ਐਂ ਕਹਿ ਲਓ ਟੈਂਡਰਾਂ ਦੇ ਮਸਲੇ 'ਤੇ ਜਿਸ ਕਿਸਮ ਦੇ ਕਮਿਸ਼ਨ ਚੱਲ ਰਹੇ ਸੀ, ਉਹ ਵੀ ਘਟਨਾਵਾਂ ਨੇ ਜਿਹੜੀਆਂ ਸ਼੍ਰੋਮਣੀ ਕਮੇਟੀ ਨੂੰ ਅੱਜ ਨਾਲ ਦੇਸ਼ ਔਰ ਦੁਨੀਆ ਵਿੱਚ ਬਦਨਾਮ ਹੈ ਜਿਹੜਾ ਉਹ ਇਸ ਰੂਪ 'ਚ ਕੀਤਾ ਜਾ ਰਿਹਾ ਹੈਗਾ। ਸੋ ਅਸੀਂ ਚਾਹੁੰਦੇ ਹਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਵੇਂ ਬਚਾਇਆ ਜਾਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਵੇਂ ਇਹਨਾਂ ਦੇ ਪੰਜੇ 'ਚੋਂ ਕੱਢਿਆ ਜਾਵੇ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਸਹੀ ਪੰਥਕ ਲੀਹਾਂ 'ਤੇ ਕਿਵੇਂ ਲਿਆਂਦਾ ਜਾਵੇ। ਸੋ ਇਸ ਕਰਕੇ ਅਸੀਂ ਇਹਨਾਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਢੀਂਡਸਾ ਸਾਹਿਬ ਨਾਲ ਜੁੜਨ ਜਾ ਰਹੇ ਹਾਂ। ਆਉਣ ਵਾਲੀਆਂ ਜਿਹੜੇ ਐਸਜੀਪੀ ਦੀਆਂ ਚੋਣਾਂ ਹੋਣਗੀਆਂ ਤੁਹਾਡੀ ਜਿਹੜੀ ਪਾਰਟੀ ਵੱਲੋਂ ਐਲਾਨੇ ਜਾਣਗੇ ਉਮੀਦਵਾਰ?
ਦੇਖੋ ਉਹ ਸਟ੍ਰੈਟਜੀ ਹੈ ਜਿਹੜੀ ਸ਼੍ਰੋਮਣੀ, ਅਸੀਂ ਤਾਂ ਅਜੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟ ਵਿੱਚ ਅਜੇ ਸ਼ਾਮਲ ਹੀ ਹੋਏ ਹਾਂ। ਅਜੇ ਬਾਕੀ ਸਾਡਾ ਪ੍ਰੋਗਰਾਮ ਹੈ ਜਿਹੜਾ ਸਾਡੇ ਇਲਾਕੇ ਦੇ ਵਿੱਚ ਜਿੰਨੇ ਸਾਡੇ ਸਮਰਥਕ ਹੋਣਗੇ ਉਹਨਾਂ ਦਾ ਪ੍ਰੋਗਰਾਮ ਆਉਣ ਵਾਲੇ ਦਿਨਾਂ 'ਚ ਲੀਕਿਆ ਜਾਣਾ, ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟ ਉਹ ਕਿੱਧਰ ਨੂੰ ਫੈਸਲੇ ਲੈਂਦੀ ਆ ਉਹ ਬਾਅਦ ਦੇ ਵਿੱਚ ਹੈ। ਪਹਿਲਾਂ ਤਾਂ ਪਾਰਟੀ ਸਾਰੀ ਹੈ ਜਿਹੜੀ ਉਹ ਮੁਹਿੰਮ ਚੱਲ ਰਹੀ ਹੈ।